ਉਮਰਾਂ ਦਾ ਲੰਮਾ ਪੈਂਡਾ ਹੱਸ ਕੇ ਮੁਕਾ ਲੈ ਰਾਵਾਂ ਦਿਆਂ ਕੰਢਿਆਂ ਨੂੰ ਸੀਨੇ ਨਾਲ ਲਾ ਲੈ ਉਮਰਾਂ ਦਾ ਲੰਮਾ ਪੈਂਡਾ ਹੱਸ ਕੇ ਮੁਕਾ ਲੈ। ਸਰਦਾਰ ਬਲਦੇਵ ਸਿੰਘ ਸੜਕਨਾਮਾ ਦਾ ਜਨਮ 11 ਦਸੰਬਰ 1942 ਚ ਪਿੰਡ ਚੰਦਨਵਾਂ ਚ ਸਵਰਗੀ ਪਿਤਾ ਹਰਦਿਆਲ ਸਿੰਘ ਤੇ ਮਾਤਾ ਬਚਿੰਤ ਕੌਰ ਦੇ ਘਰ ਹੋਇਆ। ਮੁੱਢਲੀ ਸਿੱਖਿਆ ਪਿੰਡ ਚੰਦਨਵਾਂ ਤੋਂ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MA ਪੰਜਾਬੀ ਤੇ DM ਕਾਲਜ ਮੋਗਾ ਤੋਂ B.Ed ਕਰਨ ਤੋਂ ਬਾਅਦ ਅਧਿਆਪਨ ਦੇ ਖੇਤਰ 'ਚ ਆ ਗਏ। 6 ਸਾਲ ਦੇ ਅਧਿਆਪਨ ਕੀਤੇ ਤੋਂ ਬਾਅਦ ਨੌਕਰੀ ਛੱਡ ਕੇ 1969 ਚ ਕਲਕੱਤਾ ਟਰਾਂਸਪੋਰਟ ਦਾ ਬਿਜ਼ਨਸ ਸ਼ੁਰੂ ਕੀਤਾ। 1977 ਚ ਬਲਦੇਵ ਸਿੰਘ ਜੀ ਦਾ ਸਾਹਿਤਿਕ ਸਫ਼ਰ ਸ਼ੁਰੂ ਹੋਇਆ ਤੇ 1978 ਚ ਪਹਿਲੀ ਕਿਤਾਬ ਕਿੱਲੀਆਂ ਛਿੱਟੀਆਂ ਦੀ ਅੱਗ ਛਪੀ। ਹੁਣ ਤੱਕ ਬਲਦੇਵ ਸਿੰਘ ਜੀ ਨੇ ਪੰਜਾਬੀ ਸਾਹਿਤ ਜਗਤ 'ਚ 60 ਤੋਂ ਵਧੇਰੇ ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਇਹਨਾਂ ਦਾ ਨਾਵਲ ਅੰਨਦਾਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ MA ਪੰਜਾਬੀ ਸਿਲੇਬਸ 'ਚ ਸ਼ਾਮਲ ਹੈ। ਨਸ਼ਿਆਂ ਦੇ ਵਿਰੁੱਧ ਉਹਨਾਂ ਦਾ ਨਾਟਕ ਮਿੱਟੀ ਰੁਦਨ ਕਰੇ ਪੰਜਾਬ ਤੇ ਭਾਰਤ ਤੋਂ ਬਾਹਰ ਵੀ ਹਰਮਨ ਪਿਆਰਾ ਹੈ। ਸੰਨ 2011 ਚ ਬਲਦੇਵ ਸਿੰਘ ਜੀ ਨੂੰ ਉਹਨਾਂ ਦੇ ਨਾਵਲ ਟਾਵਾਂ ਦਿੱਲੀ ਦੇ ਕਿੰਗਰੇ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ। ਇਸ ਤੋਂ ਇਲਾਵਾ ਹੋਰ ਅਨੇਕਾਂ ਮਾਨ ਸਨਮਾਨ ਪ੍ਰਾਪਤ ਹੋਏ ਨੇ। ਬਲਦੇਵ ਸਿੰਘ ਜੀ ਦੀ ਵੱਖਰੀ ਵਿਚਾਰਧਾਰਾ ਦੀ ਮੌਲਿਕਤਾ ਅਤੇ ਸਵੈ ਨਿਰਭਰਤਾ ਉਹਨਾਂ ਨੂੰ ਸਰਵ ਸਾਂਝੀ ਕਲਮ ਅਤੇ ਡੂੰਘੀ ਦ੍ਰਿਸ਼ਟੀ ਵਾਲਾ ਸਾਹਿਤਕਾਰ ਬਣਾਉਂਦੀ ਹੈ। ਉਹ ਸਮਕਾਲੀਆਂ ਵਿੱਚੋਂ ਸਿਰਮੌਰ ਨਾਵਲਕਾਰ ਨੇ। ਆਓ ਗੱਲਬਾਤ ਕਰਦੇ ਹਾਂ ਸਰਦਾਰ ਬਲਦੇਵ ਸਿੰਘ ਸੜਕਨਾਮਾ ਹੋਰਾਂ ਨਾਲ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤੇ ਰਾਹ ਬਣਦੇ। ਸਮਾਜਿਕ ਤੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਹਿਤ ਦੀ ਸੇਵਾ ਕਰਨਾ ਨੰਗੇ ਪੈਰੀ ਤਲਵਾਰ ਦੀ ਧਾਰ ਤੇ ਤੁਰਨ ਬਰਾਬਰ ਹੈ ਤੇ ਇਸ ਸਫ਼ਰ ਤੇ ਬਿਨਾਂ ਅੱਕੇ ਬਿਨਾਂ ਥੱਕੇ ਲਗਾਤਾਰ ਤੁਰ ਰਹੇ ਨੇ ਸਰਦਾਰ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਦੇਵ ਸਿੰਘ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਪ੍ਰੋਗਰਾਮ ਉਮਰਾਂ ਦੇ ਪਿੰਡ ਵਿੱਚ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਦੂਰਦਰਸ਼ਨ ਦਾ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਚਪਨ ਬਾਰੇ ਦੱਸੋ। ਮੇਰੇ ਪੁਰਖੇ ਤਾਂ ਚੰਦਪੁਰਾਣਾ 'ਚ ਰਹਿੰਦੇ ਸਨ, ਪਰ ਮੇਰਾ ਜਨਮ ਪਿੰਡ ਚੰਦਨਵਾਂ 'ਚ ਹੋਇਆ ਹੈ 11 ਦਸੰਬਰ 1942 ਨੂੰ। ਉੱਥੋਂ ਦੇ ਪ੍ਰਾਇਮਰੀ ਸਕੂਲ 'ਚ ਮੈਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉੱਥੋਂ ਹੀ ਮੈਂ 10ਵੀਂ ਜਮਾਤ ਤੱਕ ਪੜ੍ਹਿਆ ਹੈਗਾ। ਪਰ ਬਚਪਨ ਜਿਹੜਾ ਮੇਰਾ ਮੈਨੂੰ ਯਾਦ ਹੈ ਜਿੱਥੋਂ ਤੱਕ ਬਹੁਤ ਸੁਖਾਵਾਂ ਨਹੀਂ ਸੀ, ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਵੀ ਜਿਹੜਾ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ। ਬੜਾ ਮਿਹਨਤਕਸ਼ ਪਰਿਵਾਰ ਸੀ ਸਾਡਾ। ਮੈਨੂੰ ਯਾਦ ਹੈ ਵੀ ਮੈਂ ਨੰਗੇ ਪੈਰੀਂ ਹੱਥ 'ਚ ਫੱਟੀ ਲੈ ਕੇ ਪ੍ਰਾਇਮਰੀ ਸਕੂਲ 'ਚ ਪੜ੍ਹਨ ਜਾਂਦਾ ਸੀ। ਮਾਂ-ਬਾਪ ਬਿਲਕੁਲ ਅਨਪੜ੍ਹ ਸੀਗੇ, ਪਰ ਉਹਨਾਂ 'ਚ ਇੱਕ ਜਨੂੰਨ ਸੀ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ। ਇਸ ਕਰਕੇ ਮੇਰੇ ਭਰਾ ਮੇਰੀਆਂ ਭੈਣਾਂ ਨੂੰ ਬਹੁਤ ਜਿੱਥੋਂ ਤੱਕ ਉਹ ਹੋ ਸਕਦਾ ਸੀ ਚਾਹੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਉਹਨਾਂ ਨੇ ਪੜ੍ਹਾਇਆ। 10ਵੀਂ ਤੋਂ ਬਾਅਦ ਜਦੋਂ ਮੈਂ ਕਾਲਜ 'ਚ ਗਿਆ ਤਾਂ ਸ਼ਹਿਰ ਦਾ ਮੈਨੂੰ ਕਲਚਰ ਬਾਰੇ ਕੋਈ ਵੀ ਗਿਆਨ ਨਹੀਂ ਸੀਗਾ। ਫੱਟੀਆਂ ਵਾਲਾ ਪਜਾਮਾ ਜਿਹਨੂੰ ਬੋਸਕੀ ਦਾ ਕਹਿੰਦੇ ਨੇ, ਉਹ ਪਾ ਕੇ ਮੈਂ ਉੱਥੇ ਕਾਲਜ ਦੇ ਵਿੱਚ ਦਾਖਲਾ ਲੈਣ ਗਿਆ। ਬਾਪੂ ਜੀ ਮੇਰੇ ਨਾਲ ਸੀ। ਪ੍ਰਿੰਸੀਪਲ ਕਹਿੰਦੇ ਵੀ ਇਹਨੂੰ ਕਿੱਥੇ ਲੈ ਕੇ ਆਏ ਅਤੇ ਕੱਪੜੇ ਕਿਹੜੇ ਪਾਏ ਨੇ, ਇਹ ਕੱਪੜੇ ਰਾਤ ਨੂੰ ਪਾਉਣ ਵਾਲੇ ਹੁੰਦੇ ਆ। ਮੈਨੂੰ ਉਦੋਂ ਪਹਿਲੀ ਵਾਰੀ ਪਤਾ ਲੱਗਿਆ ਵੀ ਕੁਝ ਅਜਿਹੇ ਕੱਪੜੇ ਵੀ ਹੁੰਦੇ ਆ ਜਿਹੜੇ ਸਿਰਫ ਰਾਤ ਨੂੰ ਪਾਈਦੇ ਆ, ਕਿਉਂਕਿ ਗਿਆਨ ਹੀ ਨਹੀਂ ਸੀਗਾ ਇੰਨਾ। ਔਰ ਮੈਂ ਪਹਿਲੀ ਵਾਰੀ 11ਵੀਂ ਜਮਾਤ ਵਿੱਚ ਪੈਂਟ ਪਾ ਕੇ ਦੇਖੀ। ਤਾਂ ਖੈਰ ਉਹ ਜੋ ਵੀ ਹੈ, ਮੈਂ ਉਸੇ ਕਾਲਜ ਦੇ ਵਿੱਚੋਂ BA ਪਾਸ ਕੀਤੀ ਔਰ ਉਸੇ ਕਾਲਜ ਦੇ ਇੱਕ ਹੋਰ ਵਿੰਗ ਤੋਂ B.Ed ਪਾਸ ਕੀਤੀ ਉੱਥੋਂ। ਔਰ ਭਾਵੇਂ ਕਿਹੋ ਜਿਹੇ ਪਿਛੋਕੜ ਸੀ ਮੇਰਾ ਕਿਸ ਤਰ੍ਹਾਂ ਦਾ ਵੀ, ਪਰ ਮੈਂ B.Ed ਕਾਲਜ ਵਿੱਚ ਉੱਥੋਂ ਦੇ ਮੈਗਜ਼ੀਨ ਦਾ ਸੰਪਾਦਕ ਵੀ ਬਣਿਆ ਰਿਹਾ। ਬਲਦੇਵ ਸਿੰਘ ਜੀ, B.Ed ਕਰਨ ਤੋਂ ਬਾਅਦ ਤੁਹਾਡਾ ਅਗਲਾ ਪੈਂਡਾ ਕਿਹੜਾ ਸੀ? ਮੈਂ ਮੁਕਤਸਰ ਜ਼ਿਲ੍ਹੇ ਦੇ ਝੋਰੜ ਵਿੱਚ ਸਰਕਾਰੀ ਅਧਿਆਪਕ ਲੱਗਿਆ। ਮੇਰੀ ਪਹਿਲੀ ਨੌਕਰੀ ਸੀ ਉੱਥੇ। 3 ਸਾਲ ਮੈਂ ਉੱਥੇ ਪੜ੍ਹਾਉਂਦਾ ਰਿਹਾ। ਫਿਰ 3 ਸਾਲ ਬਿਲਾਸਪੁਰ ਜ਼ਿਲ੍ਹੇ ਦੇ ਜੁਖਾਲਾ ਪਿੰਡ ਵਿੱਚ ਹਾਈ ਸਕੂਲ ਦੇ ਵਿੱਚ ਉੱਥੇ ਪੜ੍ਹਾਇਆ। ਪੰਡੋਹ ਮੇਰੀ ਬਦਲੀ ਵੀ ਹੋਈ ਉੱਥੇ, ਪਰ ਫਿਰ ਵੀ ਉੱਥੇ ਜਾ ਕੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਭਟਕਣਾ ਸੀ ਜਿਹੜੀ ਮੇਰੇ ਠੀਕ ਨਹੀਂ ਆਈ। ਔਰ ਮੈਂ ਸਭ ਕੁਝ ਛੱਡ ਕੇ, ਜਾਂ ਸਮਝੋ ਮੈਂ ਆਪਣੇ ਵੱਲੋਂ ਉਸ ਕਿੱਤੇ ਨੂੰ ਤਿਆਗ ਕੇ ਕਲਕੱਤੇ ਚਲਾ ਗਿਆ। ਲਗਾਤਾਰ 10 ਸਾਲ ਮੈਂ ਕਲਕੱਤੇ ਟਰਾਂਸਪੋਰਟ ਦਾ ਕੰਮ ਕੀਤਾ, ਡਰਾਈਵਰੀ ਕੀਤੀ। ਕਲਕੱਤੇ ਤੋਂ ਗੁਹਾਟੀ, ਕਲਕੱਤੇ ਤੋਂ ਅਸਾਮ, ਉੜੀਸਾ, ਬਿਹਾਰ, UP, ਬੰਬੇ ਤੱਕ ਮੈਂ ਖੁਦ ਜਿਹੜਾ ਉਹ ਟਰੱਕ ਚਲਾਇਆ। ਫਿਰ ਇੱਕ ਅਜਿਹਾ ਸਮਾਂ ਆਇਆ ਵੀ ਮੈਂ ਇੱਕ ਟਰੱਕ ਤੋਂ
ਆਪਣੀ ਮਿਹਨਤ ਨਾਲ ਦੂਸਰਾ ਟਰੱਕ ਬਣਾਇਆ, ਦੂਸਰੇ ਤੋਂ ਤੀਸਰਾ ਬਣਾਇਆ, ਔਰ ਮੈਂ ਉੱਥੇ ਇੱਕ ਆਪਣੀ ਟਰਾਂਸਪੋਰਟ ਜਿਹੜੀ ਆ ਸਥਾਪਿਤ ਕੀਤੀ ਕਲਕੱਤੇ ਦੇ ਵਿੱਚ। ਇਹ ਮੇਰੇ ਵਾਸਤੇ ਉਹ ਜਿਸ ਲੈਵਲ ਤੋਂ ਮੈਂ ਗਿਆ ਸੀ, ਇਹ ਬਹੁਤ ਵੱਡੀ ਪ੍ਰਾਪਤੀ ਸੀਗੀ, ਔਰ ਮੈਂ ਦੂਸਰੇ ਜਿਹੜੇ ਮੇਰੇ ਹੋਰ ਭਾਈਚਾਰੇ ਦੇ ਲੋਕ ਸੀ ਉਹਨਾਂ ਦੇ ਬਰਾਬਰ ਖੜਨ ਯੋਗ ਬਣਿਆ ਉੱਥੇ। ਇਹ ਤਾਂ ਸੀ ਜੌਬ ਤੇ ਤੁਹਾਡੇ ਬਿਜ਼ਨਸ ਦੀ ਗੱਲ, ਪਰ ਤੁਹਾਨੂੰ ਸਾਹਿਤ ਦੀ ਚੇਟਕ ਕਿਵੇਂ ਲੱਗੀ? ਇਹ ਉੱਥੋਂ ਹੀ, ਬੰਗਾਲ ਤੋਂ ਹੀ ਇਹ ਸਮਝੋ ਵੀ ਮੇਰੇ ਅੰਦਰ ਸਾਹਿਤ ਦਾ ਬੀਜ ਤਾਂ ਸੀ। ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ ਉਦੋਂ ਵੀ ਸਾਹਿਤ ਬਾਰੇ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਸੀ। ਉੱਥੇ ਜਦੋਂ ਮੈਨੂੰ ਇੰਨਾ ਕੁ ਵਿਹਲ ਮਿਲਣ ਲੱਗਿਆ ਵੀ ਮੈਂ ਟਰਾਂਸਪੋਰਟ ਦੇ ਰੁਝੇਵਿਆਂ ਵਿੱਚੋਂ ਵਿਹਲਾ ਸਮਾਂ ਜਿਹੜਾ ਸੀ ਉਹ ਮੈਂ ਸਾਹਿਤ ਵੱਲ ਪੜ੍ਹਨ ਲੱਗਿਆ, ਅਤੇ ਮੈਂ ਉੱਥੋਂ ਦੀ ਇੱਕ ਪੰਜਾਬੀ ਸਾਹਿਤ ਸਭਾ ਨੂੰ ਲੱਭਿਆ ਕਲਕੱਤੇ ਵਿੱਚ। ਉੱਥੋਂ ਦੀ ਮੈਂ ਨੈਸ਼ਨਲ ਲਾਇਬ੍ਰੇਰੀ ਦਾ ਮੈਂਬਰ ਬਣਿਆ। ਉਹ ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜ ਜਾਂਦੇ ਹੋ ਜਾਂ ਤੁਹਾਡਾ ਕੋਈ ਪਛਾਣ ਬਣਦੀ ਹੈ ਅਤੇ ਫਿਰ ਤੁਸੀਂ ਸਮਕਾਲੀਆਂ ਨੂੰ ਵੀ ਪੜ੍ਹਦੇ ਆ ਔਰ ਉਹ ਤੋਂ ਪ੍ਰੇਰਨਾ ਵੀ ਲੈਂਦੇ ਹੋ, ਅਤੇ ਇਸ ਤਰ੍ਹਾਂ ਮੇਰਾ ਸਾਹਿਤਕ ਸਫ਼ਰ ਜਿਹੜਾ ਉੱਥੋਂ ਕਲਕੱਤੇ ਤੋਂ ਸ਼ੁਰੂ ਹੋਇਆ। ਤੁਹਾਡਾ ਨਾਮ ਬਲਦੇਵ ਸਿੰਘ ਤੋਂ ਬਲਦੇਵ ਸਿੰਘ ਸੜਕਨਾਮਾ ਕਿਵੇਂ ਪਿਆ? ਇਹ ਮੈਂ ਸਮਝਦਾ ਵੀ ਬੜੀ ਰੌਚਕ ਗੱਲ ਹੈਗੀ ਹੈ। ਮੇਰਾ ਖਿਆਲ ਹੈ ਵੀ ਸਾਹਿਤ ਵਿੱਚ ਮੇਰੇ ਵਰਗੇ ਫੀਲਡ ਦੇ ਬੰਦੇ ਜਿਹੜੇ ਆ ਬਹੁਤ ਘੱਟ ਆਏ ਨੇ, ਕਿਉਂਕਿ ਬਥੇਰੇ ਡਰਾਈਵਰ ਨੇ ਵੀ ਜਿਹੜਾ ਕਿੱਤਾ ਮੈਂ ਕਰ ਰਿਹਾ ਜਾਂ ਹੰਢਾ ਰਿਹਾ ਜਾਂ ਡਰਾਈਵਰੀ ਦਾ ਜਿਹੜਾ ਕਿੱਤਾ ਸੀਗਾ, ਇਹਨਾਂ ਦਾ ਜੀਵਨ ਜਿਹੜਾ ਇੰਨਾ ਮੁਸੀਬਤਾਂ ਵਾਲਾ ਹੈ, ਇੰਨੀਆਂ ਮੁਸ਼ਕਲਾਂ ਵਾਲਾ ਹੈ, ਔਰ ਇੰਨਾ ਅਸੁਰੱਖਿਅਤ ਹੈਗਾ ਵੀ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੋਣਾ ਡਰਾਈਵਰ ਦੇ ਨਾਲ। ਇਸ ਢਾਬੇ ਤੋਂ ਅਸੀਂ ਚਾਹ ਪੀਤੀ ਹੈ, ਅਗਲੇ ਢਾਬੇ 'ਤੇ ਜਾ ਕੇ ਰੋਟੀ ਖਾਣੀ ਹੈ ਜਾਂ ਨਹੀਂ ਖਾਣੀ ਹੈ, ਕੋਈ ਨਹੀਂ ਕਹਿ ਸਕਦਾ ਹੈਗਾ। ਤਾਂ ਇਹੋ ਜਿਹੇ ਕਿੱਤੇ ਬਾਰੇ ਮੈਂ ਸੋਚਿਆ ਵੀ ਜੇ ਇਹਨਾਂ ਡਰਾਈਵਰ ਭਾਈਚਾਰੇ ਬਾਰੇ ਮੈਂ ਜੇ ਕੁਝ ਕਰ ਸਕਾਂ ਗੱਲ। ਕੋਈ ਲੇਖਕ ਬਣਨ ਦਾ ਮਨ ਵਿੱਚ ਕੋਈ ਇਹੋ ਜਿਹਾ ਸੁਪਨਾ ਨਹੀਂ ਸੀ ਵੀ ਤੂੰ ਲੇਖਕ ਬਣਨਾ ਹੈ, ਲੇਕਿਨ ਮੈਂ ਡਰਾਈਵਰਾਂ ਬਾਰੇ ਜਿੰਨਾ ਕੁ ਮੇਰਾ ਅਨੁਭਵ ਸੀ, ਜਿੰਨਾ ਕੁ ਹੱਡੀ ਹੰਢਾਇਆ ਸੀ, ਉਹਦੇ ਬਾਰੇ ਮੈਂ ਲਿਖਿਆ। 2 ਲੇਖ ਲਿਖੇ। ਪਹਿਲਾ ਲੇਖ ਨਾਗਮਣੀ ਨੂੰ ਭੇਜਿਆ, ਅਮਰਤਾ ਪ੍ਰੀਤਮ ਨੇ ਉਹ ਛਾਪਿਆ ਲੇਖ, ਔਰ ਨਾਲ ਮੈਨੂੰ ਖਤ ਵੀ ਆਇਆ ਵੀ ਇਹਨਾਂ ਲੋਕਾਂ ਬਾਰੇ ਤਾਂ ਕਦੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਹੈਗੀ, ਵੀ ਜੇ ਤੇਰਾ ਕੋਈ ਅਨੁਭਵ ਹੈ ਜਾਂ ਤੂੰ ਇਸ ਭਾਈਚਾਰੇ ਬਾਰੇ ਜਾਣਦਾ ਹੈ ਤਾਂ ਤੂੰ ਜ਼ਰੂਰ ਤੂੰ ਲਿਖ ਕੇ ਭੇਜਿਆ ਕਰ, ਇਹਦਾ ਨਾਂ ਕੋਈ ਵੀ ਰੱਖ ਲੈ। ਤਾਂ ਬੜਾ ਸੋਚ ਕੇ ਮੈਂ ਵੈਸੇ ਹੀ ਜਿਵੇਂ ਖਬਰਨਾਮਾ ਹੁੰਦਾ, ਜ਼ਿੰਦਗੀਨਾਮਾ ਹੁੰਦਾ, ਮੈਂ ਕਿਹਾ ਵੀ ਸੜਕਾਂ ਦੀ ਗੱਲ ਹੈ, ਚਲੋ ਇਹਦਾ ਨਾਂ ਸੜਕਨਾਮਾ ਰੱਖ ਦਿੰਦੇ। ਇਹ ਮੇਰੀ ਇੱਕ ਪਛਾਣ ਬਣ ਗਿਆ। ਜੇ ਉਹ ਪੁੱਛਦੇ ਵੀ ਸੀ ਬਲਦੇਵ ਸਿੰਘ ਕੌਣ ਹੈ, ਤਾਂ ਉਹ ਕਹਿੰਦੇ ਸੀ ਵੀ ਬਲਦੇਵ ਸਿੰਘ ਜਿਹੜਾ ਉਹ ਸੜਕਨਾਮੇ ਵਾਲਾ ਹੈਗਾ, ਅਤੇ ਬੜਾ ਚੰਗਾ ਵੀ ਲੱਗਦਾ ਸੀਗਾ। ਬਲਦੇਵ ਸਿੰਘ ਜੀ, ਸਾਨੂੰ ਆਪਣੇ ਸਾਹਿਤਕ ਕਾਰਜ ਬਾਰੇ ਦੱਸੋ। ਸਾਹਿਤਕ ਕਾਰਜ ਮੇਰਾ ਬਹੁਤ, ਮੈਂ ਸਮਝਦਾ ਵੀ ਵਿਸ਼ਾਲ ਹੈਗਾ। ਸੜਕਨਾਮਾ ਤੋਂ ਬਿਨਾਂ ਮੈਂ ਕਹਾਣੀਆਂ ਮੈਂ ਲਿਖੀਆਂ ਨੇ। ਮੇਰੇ ਹੁਣ ਤੱਕ 14-15 ਕਹਾਣੀ ਸੰਗ੍ਰਹਿ ਛਪ ਚੁੱਕੇ ਨੇ ਵੱਖ-ਵੱਖ ਕਹਾਣੀਆਂ ਦੇ, ਔਰ ਨਾਵਲ ਨਾਲ ਚੱਲਦੇ ਰਹੇ ਨੇ। ਦੂਸਰਾ ਹੀਰੋਸ਼ੀਮਾ ਮੇਰਾ ਪਹਿਲਾ ਨਾਵਲ ਸੀ, ਫਿਰ ਕਲੀ ਧਰਤੀ, ਕੱਚੀਆਂ ਕੰਧਾਂ, ਅਤੇ ਇਸ ਤੋਂ ਬਾਅਦ ਜੇ ਮੈਂ ਸਹੀ ਮਾਇਨੇ 'ਚ ਕਹਾਂ ਤਾਂ ਲਾਲ ਬੱਤੀ ਨਾਵਲ ਮੈਂ ਲਿਖਿਆ, ਜਿਹੜਾ ਬੰਗਾਲ ਦੀਆਂ ਵੇਸਵਾਵਾਂ ਦੇ ਜੀਵਨ 'ਤੇ ਆਧਾਰਿਤ ਹੈ। ਮੇਰਾ ਨਾਵਲ ਅੰਨਦਾਤਾ ਜਿਹੜਾ ਪੰਜਾਬ ਦੀ ਕਿਸਾਨੀ ਦੇ ਉੱਤੇ ਹੈ, ਉਹ ਪਾਠਕਾਂ ਵਿੱਚ ਬੜਾ ਮਕਬੂਲ ਹੋਇਆ। ਇਹਨਾਂ ਦੇ ਨਾਲ ਮੇਰੇ ਇਤਿਹਾਸਕ ਨਾਵਲ ਨੇ, ਜਿਵੇਂ ਪੰਜਵਾਂ ਸਾਹਿਬਜ਼ਾਦਾ ਭਾਈ ਜੈਤੇ ਦੇ ਉੱਤੇ ਹੈ, ਮਹਾਬਲੀ ਸੂਰਾ ਬੰਦਾ ਸਿੰਘ ਬਹਾਦਰ ਦੇ ਉੱਤੇ ਹੈ, ਅਤੇ ਢਾਵਾਂ ਦਿੱਲੀ ਦੇ ਕਿੰਗਰੇ ਮੇਰਾ ਨਾਵਲ ਜਿਹੜਾ ਹੈ ਉਹ ਦੁੱਲਾ ਭੱਟੀ ਦੇ ਜੀਵਨ ਦੇ ਉੱਤੇ ਹੈ। ਔਰ ਉਹ ਦੁੱਲਾ ਭੱਟੀ ਬਾਰੇ ਮੈਂ ਲਿਖਣ ਲਈ 2 ਵਾਰ ਪਾਕਿਸਤਾਨ ਗਿਆ, ਉਹਦੇ ਪਿੰਡ ਵੀ ਗਿਆ। ਔਰ ਮੇਰੇ ਨਾਟਕ ਜਿਹੜੇ ਹੈ ਪੰਜਾਬ ਦੀਆਂ ਲਗਭਗ ਸਾਰੀਆਂ ਨਾਟਕ ਮੰਡਲੀਆਂ ਖੇਡ ਰਹੀਆਂ ਨੇ। ਮਿੱਟੀ ਰੁਦਨ ਕਰੇ ਜਿਹੜਾ ਮੇਰਾ ਨਾਟਕ ਹੈ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 400 ਸ਼ੋਅ ਦੇ ਕੀਤੇ ਹੋਏ ਨੇ ਪਟਿਆਲਾ ਨੇ, ਅਤੇ ਨਸ਼ਿਆਂ ਦੇ ਉੱਤੇ ਆਧਾਰਿਤ ਉਹ ਨਾਟਕ ਹੈ, ਔਰ ਬਹੁਤ ਹਰਮਨ ਪਿਆਰਾ ਸਾਡੇ ਪਿੰਡਾਂ ਦੇ ਵਿੱਚ ਉਹ ਖੇਡਿਆ ਜਾ ਰਿਹਾ। ਅਤੇ ਨਾਲ ਬਾਲ ਸਾਹਿਤ ਵੀ ਮੈਂ ਕੰਮ ਕੀਤਾ ਹੈ, ਵਾਰਤਕ ਲਿਖੀ ਹੈ, ਸੰਪਾਦਨਾ ਕੀਤੀ ਹੈ। ਇਸ ਤਰ੍ਹਾਂ ਸਾਹਿਤ ਦੇ ਖੇਤਰ ਵਿੱਚ ਕਾਫੀ ਆਪਣੀ ਸਮਰੱਥਾ ਅਨੁਸਾਰ ਮੈਂ ਜਿੰਨਾ ਮੈਥੋਂ ਹੋ ਸਕਿਆ ਮੈਂ ਉਹ ਕਰ ਰਿਹਾ, ਔਰ ਅਜੇ ਵੀ ਮੈਂ ਕਰ ਰਿਹਾ। ਕਹਿੰਦੇ ਨੇ ਕਿ ਸਾਹਿਤਕਾਰ ਦੀ ਮਿਹਨਤ ਸਫਲ ਹੋ ਜਾਂਦੀ ਹੈ ਜਦੋਂ ਉਹਨੂੰ ਮਾਨ ਸਨਮਾਨ ਮਿਲਦੇ ਨੇ। ਤੁਹਾਨੂੰ ਮਿਲੇ ਮਾਨ ਸਨਮਾਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਪਹਿਲੀ ਤਾਂ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਵੀ ਲੇਖਕ ਮਾਨ ਸਨਮਾਨ ਲੈਣ ਲਈ ਨਹੀਂ ਲਿਖਦਾ ਹੈਗਾ। ਮੇਰੀਆਂ ਆਪਣੀਆਂ ਰਚਨਾਵਾਂ ਨੂੰ ਮੈਂ ਸਮਝਦਾ ਵੀ ਮੇਰੀ ਆਸ ਤੋਂ ਵੱਧ ਜਿਹੜਾ ਲੋਕਾਂ ਨੇ ਸਵੀਕਾਰਿਆ, ਔਰ ਮੈਨੂੰ ਕੋਈ ਗਿਲਾ ਨਹੀਂ ਹੈ ਇਸ 'ਤੇ ਵੀ ਮੇਰੀਆਂ ਰਚਨਾਵਾਂ ਨੂੰ ਕੋਈ ਪੜ੍ਹਦਾ ਨਹੀਂ ਹੈ। ਮੈਨੂੰ ਪਾਠਕ ਪੁੱਛਦੇ ਨੇ ਵੀ ਅਗਲਾ ਨਾਵਲ ਜਾਂ ਅਗਲੀ ਰਚਨਾ ਕਦੋਂ ਆਊਗੀ, ਅਤੇ ਤਕਰੀਬਨ ਹਰ ਸੰਸਥਾ ਨੇ ਮੈਨੂੰ ਮਾਣ ਸਨਮਾਨ ਦਿੱਤਾ ਹੈ, ਜਿਹਦੇ 'ਚ ਕੁਝ ਵੱਡੀਆਂ ਸੰਸਥਾਵਾਂ ਵੀ ਨੇ, ਜਿਵੇਂ
ਨਾਨਕ ਸਿੰਘ ਪੁਰਸਕਾਰ ਮਿਲਿਆ ਹੈ, ਕਥਾ ਅਵਾਰਡ ਮਿਲਿਆ ਹੈ, ਨਾਗਮਣੀ ਪੁਰਸਕਾਰ ਮਿਲਿਆ ਹੈ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ ਹੈ। ਤੇ ਜੇ ਜਿਹੜਾ ਸਾਹਿਤ ਵਿੱਚ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਇਨਾਮ ਹੈਗਾ ਹੈ ਭਾਰਤੀ ਸਾਹਿਤ ਅਕਾਡਮੀ ਅਵਾਰਡ, ਉਹ ਵੀ ਮੈਨੂੰ ਮੇਰੇ ਨਾਵਲ ਢਾਵਾਂ ਦਿੱਲੀ ਦੇ ਕਿੰਗਰੇ ਉੱਤੇ ਮਿਲਿਆ ਹੈਗਾ। ਤੇ ਇਹ ਜਦੋਂ ਤੁਹਾਨੂੰ ਇਸ ਤਰ੍ਹਾਂ ਦੇ ਇਨਾਮ ਮਿਲਦੇ ਆ ਉਦੋਂ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਵੀ ਤੁਹਾਡੀਆਂ ਰਚਨਾਵਾਂ ਨੂੰ ਜੇ ਇੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤਾਂ ਤੁਸੀਂ ਪੂਰੀ ਇਮਾਨਦਾਰੀ ਨਾਲ ਜਿਹੜਾ ਆਪਣੀਆਂ ਅਗਲੀਆਂ ਰਚਨਾਵਾਂ ਦੇ ਉੱਤੇ ਕੰਮ ਕਰਨਾ ਹੈਗਾ, ਔਰ ਮੈਂ ਉਸ ਤਰ੍ਹਾਂ ਲੱਗਿਆ ਹੋਇਆ ਹੈਗਾ। ਤੁਹਾਡੇ ਪਾਠਕਾਂ ਦੇ ਵਿੱਚ ਪ੍ਰਸ਼ੰਸਕ ਵੀ ਨੇ ਤੇ ਆਲੋਚਕ ਵੀ, ਤੇ ਜਦੋਂ ਤੁਹਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਦੋਂ ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਸਮਝਦਾ ਜਿਹੜੀ ਇਮਾਨਦਾਰੀ ਨਾਲ ਜਿਹੜੇ ਆਲੋਚਕ ਮੈਨੂੰ ਦੱਸਦੇ ਨੇ ਵੀ ਤੇਰੀ ਰਚਨਾ 'ਚ ਆਹ ਗਲਤ ਹੈ, ਮੈਂ ਸਮਝਦਾ ਵੀ ਇਸ ਤੋਂ ਵਧੀਆ ਮਿੱਤਰ ਜਿਹੜਾ ਮੇਰਾ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਅਗਲੀ ਰਚਨਾ ਵਿੱਚ ਉਹ ਗਲਤੀਆਂ ਦਾ ਸੁਧਾਰ ਕਰਨ ਦਾ ਸਾਨੂੰ ਮੌਕਾ ਮਿਲਦਾ ਹੈ। ਬਲਦੇਵ ਸਿੰਘ ਜੀ, ਹੁਣ ਅਸੀਂ ਤੁਹਾਡੀ ਨਿੱਜੀ ਜ਼ਿੰਦਗੀ ਵੱਲ ਰੁਖ ਕਰਦੇ ਹਾਂ। ਸਾਨੂੰ ਆਪਣੇ ਪਰਿਵਾਰ ਬਾਰੇ ਦੱਸੋ। ਮੇਰਾ ਵਿਆਹ ਮਾਰਚ 1963 ਨੂੰ ਹੋਇਆ, ਮੈਂ ਭੁੱਲਦਾ ਨਹੀਂ ਉਹ ਦਿਨ। ਮੇਰੀ ਪਤਨੀ ਦਾ ਨਾਮ ਕੁਲਜੀਤ ਕੌਰ ਹੈ, ਮੋਗੇ ਦੇ ਨੇੜੇ ਪਿੰਡ ਖੋਸਾ ਕੋਟਲਾ ਹੈ, ਉੱਥੇ ਮੇਰੇ ਸਹੁਰੇ ਨੇ, ਔਰ ਮੇਰੇ 4 ਬੱਚੇ ਨੇ। ਸਭ ਤੋਂ ਵੱਡਾ ਲੜਕਾ ਜਗਰਾਜ ਸਿੰਘ ਤੇ ਉਹਦੀ ਮਿਸਿਸ ਸਰਬਜੀਤ ਕੌਰ ਸਿੰਘਾਂ ਵਾਲੇ ਰਹਿੰਦੇ ਨੇ, ਦੋਨੋਂ ਡਾਕਟਰ ਨੇ। ਉਹਨਾਂ ਦੇ 2 ਬੱਚੇ ਨੇ। ਉਸ ਤੋਂ ਛੋਟਾ ਲੜਕਾ ਜਗਰੂਪ ਸਿੰਘ ਮੇਹਰਚੰਦ ਪੋਲੀਟੈਕਨਿਕ ਜਲੰਧਰ ਦਾ ਪ੍ਰਿੰਸੀਪਲ ਹੈ, ਉੱਥੇ ਉਹਦੀ ਮਿਸਿਸ ਜਿਹੜੀ ਹੈ ਫਿਜ਼ਿਕਸ ਦੀ ਲੈਕਚਰਰ ਰਵਿੰਦਰ ਕੌਰ। ਉਹਨਾਂ ਦੇ 2 ਬੇਟੇ ਨੇ, ਉਹ ਵੀ ਅਜੇ ਸਟੂਡੈਂਟ ਨੇ। ਮੇਰਾ ਛੋਟਾ ਲੜਕਾ ਸਵਰਨਜੀਤ ਸਿੰਘ ਡਾਕਟਰ ਹੈ, ਉਹਦੀ ਮਿਸਿਸ ਜਿਹੜੀ ਹੈ ਉਹ ਪ੍ਰਿੰਸੀਪਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ। ਉਹਨਾਂ ਦੇ 2 ਬੱਚੇ ਨੇ। ਮੇਰੀ ਬੇਟੀ ਲਾਅ ਦੀ ਡਾਕਟਰ ਹੈ, ਉਹ ਬਾਬਾ ਫਰੀਦ ਕਾਲਜ ਲਾਅ ਦੇ ਵਿੱਚ ਲੈਕਚਰਰ ਹੈ। ਤੇ ਦਮਾਦ ਮੇਰਾ ਹਰਜੀਤ ਸਿੰਘ, ਉਹ ਬਰਜਿੰਦਰਾ ਕਾਲਜ ਸਰਕਾਰੀ ਦੇ ਵਿੱਚ ਉੱਥੇ ਪ੍ਰੋਫੈਸਰ ਹੈ। ਉਹਨਾਂ ਦੇ 2 ਬੱਚੇ ਨੇ। ਇਹ ਇੱਕ ਸਾਡਾ ਪਰਿਵਾਰ ਹੈ ਤੇ ਅਸੀਂ ਸਾਰੇ ਆਪਸ ਵਿੱਚ ਸਾਡਾ ਤਾਲਮੇਲ ਬਹੁਤ ਹੈ ਔਰ ਅਸੀਂ ਖੁਸ਼ ਹਾਂ। 16 ਮਾਰਚ 1963 'ਚ ਸਾਡਾ ਵਿਆਹ ਹੋਇਆ। ਇੰਨਾ ਵੀ ਲਿਖਣ ਪੜ੍ਹਨ ਦੇ ਰੁਝਾਨ ਵਿੱਚ ਹੋ ਗਏ ਸੀ ਕਿ ਨਾ ਕਿ ਮੁਸ਼ਕਿਲ ਨਹੀਂ ਮੈਨੂੰ ਕੋਈ ਆਈ, ਕਿ ਨਾਲ ਨਾਲ ਘਰ ਦੀ ਜ਼ਿੰਮੇਵਾਰੀ ਵੀ ਇਹ ਚੰਗੂ ਤਕਾਂ ਸਮਝਦੇ ਸੀਗੇ। ਜੋ ਵੀ ਕੋਈ ਕੰਮ ਕਰਨਾ ਹੁੰਦਾ ਜੀ ਇਹਨਾਂ ਦੀ ਸਲਾਹ ਨਾਲ ਮਸ਼ਵਰੇ ਨਾਲ ਸਾਰਾ ਕੰਮ ਮੈਂ ਕਰਦੀ ਸੀ, ਕਿ ਉਸ ਤੋਂ ਬਗੈਰਾ ਕੋਈ ਕੰਮ ਨਹੀਂ ਹੁੰਦਾ ਸੀਗਾ। ਸਾਡੇ ਫਾਦਰ ਸਰਦਾਰ ਬਲਦੇਵ ਸਿੰਘ ਸੜਕਨਾਮਾ ਜੀ, ਅਸੀਂ ਇਹਨਾਂ ਨੂੰ ਬਚਪਨ ਤੋਂ ਹੀ ਮਿਹਨਤ ਕਰਦੇ ਦੇਖਦੇ ਹਾਂ। ਬਚਪਨ ਤੋਂ ਜਦੋਂ ਨਿੱਕੇ ਨਿੱਕੇ ਸੀ ਉਦੋਂ ਵੀ ਇਹ ਲਿਖਦੇ ਸੀ, ਹੁਣ ਵੀ ਇਹ ਲਿਖਦੇ ਹੈ। ਉਸੇ ਤਰ੍ਹਾਂ ਓਨੀ ਡੈਡੀਕੇਸ਼ਨ ਜੋ ਪਹਿਲਾਂ ਸੀ ਓਨੀ ਡੈਡੀਕੇਸ਼ਨ ਹੁਣ ਕਰ ਰਹੇ ਇਹ। ਅਤੇ ਇਹਨਾਂ ਨੂੰ ਦੇਖ ਕੇ ਅਸੀਂ ਆਪਦੇ ਬੱਚਿਆਂ ਨੂੰ ਸੁਝਾਉਂਦੇ ਹਾਂ, ਉਹਨਾਂ ਦੀ ਵੀ ਰੁਚੀ ਸਿਹਤ ਵੱਲ ਹੋ ਗਈ ਹੈ। ਇਹਨਾਂ ਦੀ ਨੇਚਰ ਬਹੁਤ ਵਧੀਆ ਹੈ। ਇਹ ਸਿਹਤ ਦੇ ਨਾਲ ਨਾਲ ਆਪਣੇ ਘਰ-ਬਾਰ ਬਾਰੇ ਵੀ ਇਹ ਉਨੀ ਰੁਚੀ ਰੱਖਦੇ ਹੈ। ਹਰ ਪ੍ਰੋਗਰਾਮ ਅਸੀਂ ਕੋਈ ਵੀ ਕਰਨਾ, ਘਰ ਦੇ ਵਿੱਚ ਕੋਈ ਵੀ ਕਰਨਾ, ਇਹ ਨਹੀਂ ਵੀ ਇਹ ਸਿਹਤ 'ਚ ਬਿਜੀ ਹੈ, ਅਸੀਂ ਇਹਨਾਂ ਤੋਂ ਸਲਾਹ ਕਰਕੇ ਘਰ 'ਚ ਸਾਰਾ ਫੈਸਲਾ ਕਰਕੇ ਫੇਰ ਕਰਨਾ ਹੈ। ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਨਾਲ ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ, ਕਿਸੇ ਵੀ ਮੰਜ਼ਿਲ ਨੂੰ ਫਤਿਹ ਕੀਤਾ ਜਾ ਸਕਦਾ ਹੈ। ਇਹ ਸਿੱਖਿਆ ਮੈਨੂੰ ਮੇਰੇ ਪਿਤਾ ਜੀ ਕੋਲੋਂ ਮਿਲੀ। ਬਚਪਨ ਤੋਂ ਹੀ ਉਹਨਾਂ ਨੂੰ ਸਖਤ ਮਿਹਨਤ ਔਰ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਵੇਖਿਆ। ਜਦੋਂ ਉੱਠਣਾ 5 ਵਜੇ ਉਹਨਾਂ ਨੇ ਪੜ੍ਹਦਾ ਹੋਣਾ, ਜਦੋਂ ਰਾਤ ਨੂੰ ਸੀ ਸੌਣਾ ਉਦੋਂ ਵੀ ਉਹਨਾਂ ਨੇ ਪੜ੍ਹਦੇ ਹੋਣਾ। ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਆਪਣੇ ਟਰਾਂਸਪੋਰਟ ਦੇ ਕਿੱਤੇ ਨੂੰ ਵੀ ਕਰਦੇ ਹੋਏ, ਉਹ ਇੰਨਾ ਕ੍ਰੀਏਟਿਵ ਵਰਕ ਵੀ ਜਿਹੜਾ ਹੈਗਾ ਉਹ ਕਰਦੇ ਸੀ। ਬਹੁਤ ਜਿਹੜਾ ਹੈਗਾ ਉਹ ਚੰਗਾ ਲੱਗਦਾ, ਬਹੁਤ ਮਾਣ ਸਨਮਾਨ ਮਹਿਸੂਸ ਹੁੰਦਾ ਹੈ ਜਦੋਂ ਕਈ ਵਾਰ ਇਸ ਤਰ੍ਹਾਂ ਹੁੰਦਾ ਕੋਈ ਨਵਾਂ ਸ਼ਖਸ ਸਾਨੂੰ ਮਿਲਦਾ ਜ਼ਿੰਦਗੀ ਦੇ ਵਿੱਚ ਔਰ ਉਹਨੂੰ ਇਹ ਪਤਾ ਲੱਗਦਾ ਹੈ ਕਿ ਇਹ ਬਲਦੇਵ ਸਿੰਘ ਸੜਕਨਾਮਾ ਦਾ ਬੇਟਾ ਹੈ ਜਾਂ ਬਲਦੇਵ ਸਿੰਘ ਸੜਕਨਾਮਾ ਇਹਦੇ ਪਿਤਾ ਹੈ, ਤਾਂ ਉਹਦਾ ਨਜ਼ਰੀਆ, ਉਹਦੀ ਦਿੱਖ ਜਿਹੜੀ ਹੈਗੀ ਹੈ ਸਾਡੇ ਪ੍ਰਤੀ ਬੜੀ ਬਦਲ ਜਾਂਦੀ ਸੀ। ਮੇਰੀ ਪਰਮਾਤਮਾ ਅੱਗੇ ਦੁਆ ਹੈ ਕਿ ਮੇਰੇ ਪਿਤਾ ਜੀ ਨੂੰ ਉਹ ਲੰਬੀਆਂ ਉਮਰਾਂ ਔਰ ਚੰਗੀਆਂ ਸਿਹਤਾਂ ਬਖਸ਼ਣ ਕਿ ਉਹ ਹੋਰ ਆਪਣੀਆਂ ਨਵੀਆਂ ਲਿਖਤਾਂ ਨਾਲ ਸਮਾਜ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਕਰ ਸਕਣ। ਹਰ ਇਨਸਾਨ ਦੇ ਕੁਝ ਸ਼ੌਕ ਹੁੰਦੇ ਨੇ, ਤੁਹਾਡੇ ਸ਼ੌਕ ਕੀ ਨੇ? ਮੇਰਾ ਪਹਿਲਾ ਤਾਂ ਸ਼ੌਕ ਹੈਗਾ ਲਿਖਣ ਪੜ੍ਹਨ ਦਾ ਹੀ ਹੈਗਾ, ਪਰ ਜਦੋਂ ਮੈਨੂੰ ਵਿਹਲ ਮਿਲਦੀ ਹੈ, ਕਿਉਂਕਿ ਸਾਰਾ ਸਮਾਂ ਤਾਂ ਇਹ ਨਹੀਂ ਚੱਲਦਾ ਹੈਗਾ, ਮੈਨੂੰ ਪੁਰਾਣੇ ਗੀਤ ਸੁਣਨ ਦਾ ਬਹੁਤ ਸ਼ੌਕ ਹੈ। ਉਹਦੀ ਖਾਤਰ ਮੈਂ ਆਪਣਾ ਗ੍ਰਾਮੋਫੋਨ ਵੀ ਰੱਖਿਆ ਹੋਇਆ ਹੈ। ਉਹੀ ਪੁਰਾਣਾ ਅੰਟੀਕ ਜਿਹੜੀਆਂ ਚੀਜ਼ਾਂ ਨੇ, ਚੱਕੀ ਪਈ ਹੋਈ ਹੈ ਔਰ ਉਹਦੇ 'ਚ ਦੁੱਧ ਰਿੜਕਣਾ ਜਿਹੜੀ ਉਹ ਮਧਾਣੀ 'ਚ ਉਹ ਚਾਟੀ ਮਧਾਣੀ ਅੱਜ ਕੱਲ੍ਹ ਬੱਚੇ ਜਾਣਦੇ ਨੇਗੇ। ਇਹ ਸ਼ੌਕ ਨੇ ਮੇਰੇ ਛੋਟੇ ਛੋਟੇ। ਦੂਸਰਾ ਇੱਕ ਮੇਰਾ ਹੋਰ ਸ਼ੌਕ ਹੈ, ਮੈਂ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਹੋਇਆ, ਜਿੱਥੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਆ। ਮੈਨੂੰ ਗਾਏ ਬਗਾਏ ਬੁਲਾਉਂਦੇ ਰਹਿੰਦੇ ਨੇ। ਤੁਸੀਂ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਨੂੰ ਬੜਾ ਦੁੱਖ ਲੱਗਦਾ ਹੈ ਜਦੋਂ ਅੱਜ ਦਾ ਨੌਜਵਾਨ ਮੈਂ ਦੇਖਦਾ ਵੀ ਉਹ ਨਸ਼ਿਆਂ ਵਿੱਚ ਹੈ ਔਰ ਉਹ ਕਿਰਤ ਤੋਂ ਭੱਜ ਰਿਹਾ ਹੈ।
ਕੰਮ ਹੀ ਨਹੀਂ ਕਰ ਰਿਹਾ। ਉਹ ਸਿਰਫ ਉਹਨੂੰ ਸਾਰਾ ਕੁਝ ਪਰੋਸਿਆ ਬਣਿਆ ਬਣਾਇਆ ਮਿਲਣਾ ਚਾਹੀਦਾ ਹੈ। ਔਰ ਮੈਂ ਜ਼ਰੂਰ ਚਾਹੁੰਦਾ ਵੀ ਜਿਹੜਾ ਅੱਜ ਦਾ ਨੌਜਵਾਨ ਹੈ ਉਹ ਆਪਣੀ ਜ਼ਿੰਮੇਵਾਰੀ ਸਮਝੇ। ਦੇਸ਼ ਦਾ ਭਵਿੱਖ ਉਹਨਾਂ ਦੇ ਉੱਤੇ ਹੈ। ਉਹ ਨਸ਼ਿਆਂ ਨੂੰ ਜਾਣੇ ਤਿਆਗਣ, ਇਹਨਾਂ ਤੋਂ ਦੂਰ ਜਾਣ ਅਤੇ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਕਿਰਤ ਨਾਲ ਜੁੜਨ। ਉਹ ਖੇਡਾਂ ਨਾਲ ਜੁੜਨ, ਭਾਵੇਂ ਕਿਸੇ ਨਾਲ ਵੀ ਜੁੜਨ, ਜਾਣੀ ਆਪਣੇ ਇਸ ਨਸ਼ਿਆਂ ਦੇ ਰੁਝਾਨ ਤੋਂ ਹਟਾ ਕੇ ਆਪਣੇ ਪਰਿਵਾਰ ਲਈ ਜ਼ਿੰਮੇਵਾਰ ਨੌਜਵਾਨ ਬਣਨ। ਔਰ ਜੇ ਉਹ ਇਹ ਸੋਚਣਗੇ, ਇਹ ਸੋਚ ਉਹਨਾਂ 'ਚ ਆਏਗੀ, ਤਾਂ ਸਾਡਾ ਸਮਾਜ ਜਿਹੜਾ ਹੈ ਉਹ ਬਹੁਤ ਵਿਕਾਸ ਕਰੇਗਾ, ਖੂਬਸੂਰਤ ਬਣੇਗਾ। ਉਸੇ ਤਰ੍ਹਾਂ ਹੀ ਸਾਡਾ ਦੇਸ਼ ਵੀ ਖੂਬਸੂਰਤ ਬਣੇਗਾ। ਨੌਜਵਾਨਾਂ ਲਈ ਮੇਰਾ ਇਹ ਸੁਨੇਹਾ ਹੈ। ਬਲਦੇਵ ਸਿੰਘ ਜੀ, ਤੁਸੀਂ ਆਪਣੇ ਕੀਮਤੀ ਅਨੁਭਵ ਸਾਡੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸਤਿ ਸ਼੍ਰੀ ਅਕਾਲ।